ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੇ ਸਾਧ ਸੰਗਤ ਜੀ, ਗੁਰੂ ਦਰਬਾਰ ਦੀਆਂ ਨਿਤਨੇਮ ਕਰਮ ਅਨੁਸਾਰ ਹਾਜ਼ਰੀਆਂ ਭਰ ਕੇ ਜਨਮ ਦੇ ਕੁਛ ਪਲ ਘੜੀਆਂ ਸਫਲਿਆਂ ਕਰਨ ਦੇ ਯਤਨ ਕਰਦੇ ਹਾਂ। ਤਕਰੀਬਨ ਜ਼ਿੰਦਗੀ ਦਾ ਮਨੋਰਥ ਬਣ ਚੁੱਕਿਆ ਹੈ ਕਿ ਪਰਮਾਤਮਾ ਨੂੰ ਇੱਕ ਵਾਰ ਦਰਸ਼ਨ ਦੀਦਾਰੇ ਪਰਮਾਤਮਾ ਦੇ ਜ਼ਰੂਰ ਹੋ ਜਾਣ, ਤੇ ਜਿਸ ਤਰ੍ਹਾਂ ਅਕਾਲ ਪੁਰਖ ਨੇ ਹੁਕਮ ਕੀਤਾ ਹੈ ਪਰਮਾਤਮਾ ਦੇ ਦਰਸ਼ਨ ਦੀਦਾਰੇ ਕਦੋਂ ਕਰਨੇ ਨੇ, ਕਿਵੇਂ ਕਰਨੇ ਹਨ, ਉਸੇ ਹੁਕਮ ਦੇ ਆਧਾਰ 'ਤੇ ਤਕਰੀਬਨ ਸਾਰੀ ਦੀਆਂ ਸਾਰੀਆਂ ਜ਼ਿੰਦਗੀਆਂ ਚੱਲ ਰਹੀਆਂ ਹਨ। ਭਾਵੇਂ ਦੁੱਖਾਂ ਦੀ ਚੋਟ ਖਾ ਕੇ ਹੀ ਬੰਦਾ ਪਰਮਾਤਮਾ ਦੇ ਮਾਰਗ 'ਤੇ ਚੱਲਦਾ ਹੈ। ਕੋਈ ਹਜ਼ਾਰਾਂ ਦੇ ਵਿੱਚ, ਲੱਖਾਂ ਦੇ ਵਿੱਚ ਵਿਰਲੇ ਵਾਂਝੇ ਹੁੰਦੇ ਨੇ ਜਿਹੜੇ ਸੁੱਖਾਂ ਦੇ ਕਾਰਨ ਕਰਕੇ ਪਰਮਾਤਮਾ ਦੇ ਮਾਰਗ 'ਤੇ ਚੱਲਦੇ ਨੇ। ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਦੁੱਖ ਦਾਰੂ ਸੁਖ ਰੋਗ ਭਇਆ ਜਾ ਸੁਖ ਧਾਮ ਨਾ ਹੋਈ। ਦੁਨੀਆਦਾਰੀ ਦੇ ਵਿੱਚ ਕਿਸੇ ਨੂੰ ਸੁੱਖ ਮਿਲ ਜੇ, ਕਹਿੰਦੇ ਬਹੁਤ ਮਨੁੱਖ ਸੁਖੀ ਹੈ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਹਨ ਕਿ ਅਗਰ ਵਾਈ ਜੇ ਇਸ ਨੂੰ ਬਹੁਤ ਸੁੱਖ ਮਿਲੇ ਨੇ ਤੇ ਇਹ ਬਹੁਤੇ ਸੁੱਖ ਵੀ ਇਹਨੂੰ ਅਰੋਗੀ ਬਣਾ ਦੇਣਗੇ। ਬਹੁਤੇ ਸੁੱਖਾਂ ਨੇ ਇਹਨੂੰ ਬਾਣੀ ਪੜ੍ਹਨ ਵੱਲ ਪ੍ਰੇਰਿਤ ਨਹੀਂ ਹੋਣ ਦੇਣਾ। ਬਹੁਤੇ ਸੁੱਖਾਂ ਨੇ ਇਹਨੂੰ ਸੇਵਾ ਨਹੀਂ ਕਰਨ ਦੇਣੀ, ਕਿਉਂਕਿ ਜਿਵੇਂ ਜਿਵੇਂ ਸੁੱਖ ਵੱਧਦੇ ਤੁਰੇ ਜਾਂਦੇ ਨੇ ਉਵੇਂ ਉਵੇਂ ਮਨੁੱਖ ਦੇ ਕੋਲ ਧਾਰਮਿਕ ਦੁਨੀਆ ਵਾਸਤੇ ਟਾਈਮ ਘੱਟਦਾ ਤੁਰਿਆ ਜਾਂਦਾ ਹੈ। ਸੁੱਖ ਵੀ ਅਰੋਗ ਬਣ ਜਾਂਦੇ ਨੇ। ਦੁੱਖ ਜਿਹੜੇ ਨੇ ਇਹ ਇੱਕ ਦਾਰੂ ਬਣ ਜਾਂਦੇ ਨੇ। ਇਹ ਦਾਰੂ ਬਣ ਕੇ ਬੰਦੇ ਦਾ ਇਲਾਜ ਕਰਦੇ ਨੇ। ਦੁੱਖ ਦਾਰੂ ਸੁਖ ਰੋਗ ਭਇਆ। ਦੁਨੀਆ ਦੇ ਵਿੱਚ ਕਹਿੰਦੇ ਆ ਕਿ ਬੰਦਾ ਸੁਖੀ ਹੋਵੇ, ਐ ਪਰਮਾਤਮਾ ਸ਼ੁਕਰ ਹੈ ਤੇਰਾ ਕਿ ਬੜੇ ਸੁੱਖ ਦਿੱਤੇ ਨੇ। ਪਰਮਾਤਮਾ ਕਹਿੰਦੇ ਨੇ ਚੇਤੇ ਰੱਖੀ ਇਹੀ ਸੁੱਖ ਕਿਤੇ ਰੋਗ ਨਾ ਬਣ ਜਾਣ। ਜੇ ਤੂੰ ਚਾਹੁੰਦਾ ਕਿ ਜਿੰਨੇ ਪਰਮਾਤਮਾ ਨੇ ਮੈਨੂੰ ਸੁੱਖ ਦਿੱਤੇ ਨੇ ਇਹ ਸੁੱਖ ਰੋਗ ਦੇ ਵਿੱਚ ਨਾ ਬਦਲਣ, ਤੂੰ ਪਰਮਾਤਮਾ ਦੇ ਸ਼ੁਕਰਾਨੇ ਵਿੱਚ ਦਿਨ ਰਾਤ ਲੱਗਿਆ ਰਿਹਾ ਕਰ। ਦਿਨ ਰਾਤ ਲੱਗਿਆ ਰਹਿ। ਸ਼ੁਕਰ ਕਰ ਉਸ ਪਰਵਤਗਾਰ ਦਾ ਜਿਹਨੇ ਤੈਨੂੰ ਇੰਨੇ ਸੁੱਖ ਦਿੱਤੇ ਨੇ। ਜੇ ਇਹਨਾਂ ਸੁੱਖਾਂ ਤੋਂ ਪੂਰੇ ਦਾ ਪੂਰਾ ਲਾਹਾ ਲੈਣਾ ਚਾਹੁੰਦਾ ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਅਕਾਲ ਪੁਰਖ ਦੇ ਨਾਲ ਜੁੜ ਕੇ ਰਮੀ। ਤੇ ਨਹੀਂ ਫਿਰ ਜਿੰਨੇ ਤੇਰੇ ਕੋਲੇ ਸੁੱਖ ਨੇ ਤੇਰੀ ਝੋਲੀ ਦੇ ਵਿੱਚ ਪਏ ਹੋਏ ਇਹ ਸਾਰੇ ਦੇ ਸਾਰੇ ਰੋਗ ਬਣ ਕੇ ਤੈਨੂੰ ਤੜਫਾਉਂਦੇ ਰਹਿਣਗੇ। ਦੁਨੀਆਦਾਰੀ ਦੇ ਵਿੱਚ ਜਦ ਵੀ ਨਜ਼ਰ ਵੱਜਦੀ ਹੈ, ਝਾਤ ਵੱਜਦੀ ਹੈ, ਉਹ ਨਜ਼ਰ ਦੇ ਵਿੱਚ ਪਤਾ ਲੱਗਦਾ ਹੈ ਕਿ ਸੁੱਖਾਂ ਨੇ ਦੁਨੀਆ ਕਿੰਨੀ ਦੁਖੀ ਕਰ ਦਿੱਤੀ ਹੈ, ਕਿੰਨੀ ਰੋਗੀ ਕਰ ਦਿੱਤੀ ਹੈ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇੰਨੇ ਸੁੱਖ ਨਹੀਂ ਹੁੰਦੇ ਸੀ ਤੇ ਲੋਕਾਂ ਨੂੰ ਕੋਈ ਬਹੁਤੇ ਰੋਗ ਵੀ ਨਹੀਂ ਲੱਗੇ ਹੋਏ ਸੀ। ਕੋਈ ਲੜਾਈ ਝਗੜਾ ਕਿਸੇ ਘਰ ਵਿੱਚ ਨਹੀਂ ਹੁੰਦਾ ਸੀ। ਕੱਚੇ ਮਕਾਨ, ਕੋਈ ਮਸ਼ੀਨਰੀ ਨਹੀਂ ਸੀ। ਕੱਚੇ ਮਕਾਨਾਂ ਦੇ ਵਿੱਚ ਰਹਿਣਾ।
2 ਟਾਈਮ ਦੀ ਰੋਟੀ ਮਿਲ ਜਾਣੀ ਸ਼ੁਕਰ ਕਰਨਾ। ਪਾਣੀ ਕਿਸੇ ਕਿਸੇ ਜਗ੍ਹਾ 'ਤੇ ਪ੍ਰਾਪਤ ਹੁੰਦਾ ਸੀ। ਜਿੰਨੇ ਅੱਜ ਸਾਨੂੰ ਸੁੱਖ ਮਿਲੇ ਨੇ, ਇੰਨੇ ਸੁੱਖ ਪਹਿਲਾਂ ਨਹੀਂ ਸੀ। ਤਾਂ ਜਿਵੇਂ ਜਿਵੇਂ ਸੁਖੀ ਹੋ ਗਈ ਦੁਨੀਆ, ਉਵੇਂ ਉਵੇਂ ਸਾਰੀ ਦੁਨੀਆ ਨੂੰ ਬੜੇ ਭਿਆਨਕ ਤੋਂ ਭਿਆਨਕ ਰੋਗਾਂ ਨੇ ਘੇਰ ਲਿਆ। ਰੋਗਾਂ ਨੇ ਘੇਰ ਲਿਆ। ਕਿਸੇ ਨੂੰ ਸਰੀਰਕ ਰੋਗ ਲੱਗ ਗਏ ਨੇ, ਕਿਸੇ ਨੂੰ ਮਾਨਸਿਕਤਾ ਦਾ ਰੋਗ ਲੱਗ ਗਿਆ। ਜਿਵੇਂ ਸੁਖੀ ਹੋਏ, ਉਹ ਸੁੱਖ ਸਾਰੇ ਸੀ ਜਿਹੜੇ ਦੁੱਖਾਂ ਦੇ ਵਿੱਚ ਤਬਦੀਲ ਹੋ ਗਏ। ਬੰਦਾ ਸਾਰੀ ਜ਼ਿੰਦਗੀ ਯਤਨ ਕਰਦਾ ਰਹਿੰਦਾ ਹੈ ਕਿ ਮੈਨੂੰ ਇਹ ਬੋਲ ਕੇ ਸੁੱਖ ਮਿਲ ਜੇ, ਆਹ ਦੇਖ ਕੇ ਸੁੱਖ ਮਿਲ ਜੇ, ਆਹ ਹੱਥਾਂ ਪੈਰਾਂ ਨਾਲ ਕੰਮ ਕਰਕੇ ਸੁੱਖ ਮਿਲ ਜੇ, ਮੈਨੂੰ ਬੈਠੇ ਨੂੰ ਸੁੱਖ ਮਿਲ ਜੇ। ਬੜੇ ਯਤਨ ਕਰਦਾ ਤੇ ਸੁੱਖ ਮਿਲਦੇ ਵੀ ਨੇ। ਇਹ ਨਹੀਂ ਗੱਲ ਕਿ ਨਹੀਂ ਮਿਲਦੇ, ਸੁੱਖ ਮਿਲਦੇ ਨੇ। ਪਰ ਜਦੋਂ ਸੁੱਖ ਮਿਲ ਜਾਂਦੇ ਨੇ, ਫਿਰ ਇਹ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦਾ ਹੈ। ਫਿਰ ਉਹੀ ਸੁੱਖ ਹੁੰਦੇ ਨੇ ਦੁੱਖਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ, ਰੋਗਾਂ ਦੇ ਵਿੱਚ ਤਬਦੀਲ ਹੋ ਜਾਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਇਹ ਬਚਨ ਹੈ, ਆਸਾ ਦੀ ਵਾਰ ਦੇ ਬਚਨ ਨੇ, ਦੁੱਖ ਦਾਰੂ ਸੁੱਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਆਸਾ ਦੀ ਵਾਰ ਦੇ ਵੀ ਜਦ ਅਸੀਂ ਆਸਾ ਦੀ ਵਾਰ ਦਾ ਸ਼ੁਰੂਆਤ ਕਰਦੇ ਹਾਂ ਤੇ ਉਸ ਦੇ ਵਿੱਚ ਵੀ ਪਹਿਲਾ ਸ਼ਬਦ ਬੋਲਦੇ ਹਾਂ, ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਾਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਕਰੋੜਾਂ ਤਰ੍ਹਾਂ ਦੇ ਸੁੱਖ ਨੇ ਜਿਹੜੇ ਤੈਨੂੰ, ਉਹ ਤੇਰੀ ਝੋਲੀ ਦੇ ਵਿੱਚ ਪਾਏ ਹੋਏ ਨੇ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਇਹ ਤੋਂ ਆਪ ਖਿਆਲ ਰੱਖਣਾ ਹੈ ਕਿਤੇ ਇਹ ਸੁੱਖ ਰੋਗਾਂ ਦੇ ਵਿੱਚ ਤਬਦੀਲ ਨਾ ਹੋ ਜਾਣ। ਰੋਗਾਂ ਦੇ ਵਿੱਚ ਕਿਵੇਂ ਤਬਦੀਲ ਹੋ ਸਕਦੇ ਨੇ? ਕੋਈ ਦੁਨੀਆਦਾਰੀ ਦਾ ਬੰਦਾ ਇਹ ਗੱਲ ਮੰਨਣ ਵਾਸਤੇ ਤਿਆਰ ਨਹੀਂ ਹੈ ਵੀ ਸੁੱਖ ਰੋਗਾਂ ਦੇ ਵਿੱਚ ਕਿਵੇਂ ਤਬਦੀਲ ਹੋ ਜਾਣਗੇ। ਹੋ ਜਾਂਦੇ ਨੇ। ਇੱਕ ਦੁੱਧ ਹੈ, ਬੰਦੇ ਨੂੰ ਪਿਆਵਾਂਗੇ ਬੰਦਾ ਬਲਵਾਨ ਬਣਦਾ ਹੈ। ਉਹੀ ਦੁੱਧ ਸੱਪ ਨੂੰ ਪਿਆਓਗੇ ਤੇ ਜ਼ਹਿਰ ਬਣ ਜਾਂਦਾ। ਸੱਪੈ ਦੁੱਧ ਪਿਆਈਏ ਅੰਦਰ ਵਿਸ ਨਿਕੋਰ। ਦੁੱਧ ਇੱਕੋ ਹੀ ਹੈ। ਉਹਦੀ ਵਰਤੋਂ ਜੇ ਸਹੀ ਢੰਗ ਦੇ ਨਾਲ ਹੋਗੀ ਤਾਕਤਵਰ ਬਣ ਜਾਵੇਗਾ, ਗਲਤ ਢੰਗ ਦੇ ਨਾਲ ਵਰਤੋਂ ਕਰ ਲਈ ਤੇ ਜ਼ਹਿਰ ਬਣ ਜਾਂਦਾ ਹੈ। ਸੁੱਖ ਸਾਰਿਆਂ ਨੂੰ ਪਰਮਾਤਮਾ ਇੱਕੋ ਜਿਹੇ ਦੇ ਰਿਹਾ ਹੈ। ਸਾਰਿਆਂ ਨੂੰ ਇੱਕੋ ਜਿਹੇ ਦੇ ਰਿਹਾ। ਬਹੁਤਿਆਂ ਦੀ ਇਹ ਵਿਚਾਰਧਾਰਾ ਹੁੰਦੀ ਹੈ ਕਿ ਪਰਮਾਤਮਾ ਨੇ ਕਿਸੇ ਨੂੰ ਬਹੁਤੇ ਸੁੱਖ ਦਿੱਤੇ ਨੇ, ਕਿਸੇ ਨੂੰ। ਐਸੀ ਗੱਲ ਨਹੀਂ ਹੈ। ਪਰਮਾਤਮਾ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੇ। ਹਮੇਸ਼ਾ ਇੱਕੋ ਜਿਹੇ ਸੁੱਖ ਮਨੁੱਖਾਂ ਦੀ ਝੋਲੀ ਵਿੱਚ ਪਾਉਂਦੇ ਨੇ। ਹਰੇਕ ਨੂੰ ਪਹਿਲੇ ਬਚਪਨਾ ਦਿੱਤਾ ਹੈ। ਹਰੇਕ ਨੂੰ ਬਚਪਨੇ ਤੋਂ ਬਾਅਦ ਜਵਾਨੀ ਦਿੱਤੀ ਹੈ। ਹਰੇਕ ਨੂੰ ਜਵਾਨੀ ਤੋਂ ਬਾਅਦ ਬੁਢੇਪਾ ਦਿੱਤਾ ਹੈ। ਕੋਈ ਵਿਤਕਰਾ ਪਰਮਾਤਮਾ ਨਹੀਂ ਕਰਦਾ। ਜਿਹੜਾ ਬੰਦਾ 17-18 ਸਾਲ ਦੀ ਉਮਰ 'ਤੇ ਜਾ ਕੇ ਜਵਾਨ ਹੁੰਦਾ ਹੈ, ਇਹ ਸਾਰੇ ਹੀ ਬੱਚੇ 17-18 ਸਾਲ ਦੀ ਉਮਰ 'ਤੇ ਜਾ ਕੇ ਜਵਾਨ ਹੁੰਦੇ ਨੇ। ਤਾਂ ਪਰਮਾਤਮਾ ਨੇ ਵਿਤਕਰਾ ਨਹੀਂ ਕੀਤਾ। ਉਹ ਗੱਲ ਵੱਖਰੀ ਹੈ ਕਿ ਮਨੁੱਖ ਪਰਮਾਤਮਾ ਤੋਂ ਲਾਂਭੇ ਹੋਣ ਦੇ ਯਤਨ ਕਰ ਰਹੇ। ਪਰਮਾਤਮਾ ਕਦੇ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੇ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਸੁੱਖ ਤੇ ਅਨੇਕਾਂ ਤੇਰੀ ਝੋਲੀ ਦੇ ਵਿੱਚ ਪਾਏ ਸੀ, ਪਰ ਤੂੰ ਇਹਨਾਂ ਨੂੰ ਰੋਗਾਂ ਦੇ ਵਿੱਚ ਤਬਦੀਲ ਕਰ ਲਿਆ। ਸੁੱਖਾਂ ਨੇ ਤੈਨੂੰ ਆਲਸੀ ਬਣਾ ਦਿੱਤਾ ਹੈ। ਸੁਖੀ ਵਿਆਧੀ ਆਲਸੀ ਕੁਮਤ ਰਸ ਕਬੋ ਸੋਏ, ਤੇ ਅਧਿਕਾਰ ਨਾ ਸ਼ਾਸਤਰ ਕੋ ਖਟ ਦੋਖੀ ਜਨ ਸੋਏ। ਸੁੱਖ ਮਨੁੱਖ ਨੂੰ ਆਲਸੀ ਬਣਾਉਂਦੇ ਨੇ, ਦਲਿੱਦਰੀ ਬਣਾਉਂਦੇ ਨੇ, ਖੋਟੀ ਮੱਤ ਵਾਲਾ ਬਣਾਉਂਦੇ ਨੇ, ਆਲਸੀ ਬਣਾਉਂਦੇ ਹਨ।
ਕੁਮਤ ਰਸ ਕਬੋ ਸੋਏ, ਇਹਦੀ ਮੱਤ ਵੀ ਜਿਹੜੀ ਹੈ ਉਹ ਬਹੁਤੀ ਚੰਗੀ ਨਹੀਂ ਰਹਿਣ ਦਿੰਦੇ। ਤੇ ਇਹ ਅਧਿਕਾਰ ਨਾ ਸ਼ਾਸਤਰ ਕੋ ਖੜ ਦੋਖੀ ਜਨ ਸੋਏ, ਇਹ ਜਿੰਨੇ ਸੁੱਖ ਮਨੁੱਖ ਦੀ ਝੋਲੀ ਦੇ ਵਿੱਚ ਪਾਏ ਨੇ, ਬਹੁਤੇ ਸੁੱਖਾਂ ਵਾਲੇ ਮਨੁੱਖ ਨੇ ਜਿਹੜੇ ਉਹ ਵੇਦ ਸ਼ਾਸਤਰਾਂ ਨੂੰ ਨਹੀਂ ਪੜ੍ਹ ਸਕਦੇ, ਉਹਨਾਂ ਦੇ ਅਰਥ ਬੋਧ ਨਹੀਂ ਕਰ ਸਕਦੇ। ਬਹੁਤੇ ਸੁੱਖਾਂ ਵਾਲੇ ਮਨੁੱਖ ਗੁਰਬਾਣੀ ਨੂੰ ਨਹੀਂ ਪੜ੍ਹ ਸਕਦੇ, ਔਰ ਉਹ ਮਨੁੱਖ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਚਾਰ ਵੀ ਨਹੀਂ ਕਰ ਸਕਦੇ, ਪ੍ਰਚਾਰ ਗੁਰਬਾਣੀ ਦਾ ਉਹ ਸੁਣ ਵੀ ਨਹੀਂ ਸਕਦੇ। ਕੋਈ ਭਾਗਾਂ ਵਾਲਾ ਪਰਿਵਾਰ ਹੁੰਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਰਮਾਤਮਾ ਨੇ ਕਰੋੜਾਂ ਸੁੱਖ ਦਿੱਤੇ ਨੇ, ਫਿਰ ਵੀ ਉਹਨਾਂ ਦੇ ਘਰਾਂ ਦੇ ਵਿੱਚ ਗੁਰਬਾਣੀ ਦੀਆਂ ਗੂੰਜਾਂ ਪੈਂਦੀਆਂ ਨੇ। ਹੈਗੇ ਨੇ ਬਹੁਤ ਪਰਿਵਾਰ ਐਸੇ, ਪਰ ਕੋਈ ਹੈ ਵਿਰਲੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਇੱਕੋ ਜਿਹੇ ਸੁੱਖ ਪਰਮਾਤਮਾ ਨੇ ਸਭ ਦੀ ਝੋਲੀ ਦੇ ਵਿੱਚ ਪਾਏ ਹੋਏ ਨੇ, ਪਰ ਇਸ ਗੱਲ ਦਾ ਖਿਆਲ ਤੂੰ ਰੱਖਣਾ ਹੈ ਕਿ ਇਹ ਕਿਤੇ ਰੋਗਾਂ ਦੇ ਵਿੱਚ ਨਾ ਤਬਦੀਲ ਹੋ ਜਾਣ। ਬੱਚੇ ਨੂੰ ਡਿੱਗਣ ਤੋਂ ਮਾਂ-ਬਾਪ ਬਚਾਉਂਦੇ ਨੇ, ਜਦ ਉਹ ਭੱਜਣ ਲੱਗ ਜਾਂਦਾ 22-23 ਸਾਲਾਂ ਦਾ 25 ਸਾਲਾਂ ਦਾ ਹੋ ਜਾਂਦਾ, ਫਿਰ ਉਹਨੂੰ ਮਾਂ-ਬਾਪ ਥੋੜ੍ਹੋ ਬਚਾਉਂਦੇ ਨੇ, ਉਹਨੂੰ ਕਹਿੰਦੇ ਹੁਣ ਤੂੰ ਆਪਣਾ ਖੁਦ ਜ਼ਿੰਮੇਵਾਰ ਆ, ਖੁਦ ਜ਼ਿੰਮੇਵਾਰ ਆ। ਹੁਣ ਤੈਨੂੰ ਡਿੱਗਣ ਤੋਂ ਮਾਂ-ਬਾਪ ਨਹੀਂ ਬਚਾਉਣਗੇ, ਹੁਣ ਤੂੰ ਆਪ ਬਚਣਾ ਹੈ। ਗੁਰੂ ਨਾਨਕ ਮਹਾਰਾਜ ਦੀ ਇਹੀ ਵਿਚਾਰਧਾਰਾ ਹੈ ਕਿ ਤੈਨੂੰ ਮਿਲਿਆ ਸਭ ਕੁਛ ਹੈ, ਸਭ ਕੁਝ ਤੈਨੂੰ ਮਿਲੇਗਾ ਸਮੇਂ-ਸਮੇਂ ਦੇ ਨਾਲ, ਪਰ ਇਸ ਗੱਲ ਦਾ ਤੂੰ ਖਿਆਲ ਆਪ ਰੱਖ ਲਈ ਕਿ ਜੇ ਤੂੰ ਰੱਬ ਦਾ ਨਾਮ ਨਹੀਂ ਜਪ ਰਿਹਾ ਤੇ ਜਿੰਨੇ ਦੇ ਜਿੰਨੇ ਸੁੱਖ ਨੇ ਇਹ ਸਾਰੇ ਦੇ ਸਾਰੇ ਰੋਗਾਂ ਵਿੱਚ ਤਬਦੀਲ ਹੋ ਜਾਣੇ ਨੇ। ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਫਿਰ ਇਹ ਸਾਰੇ ਦੇ ਸਾਰੇ ਤਬਦੀਲ ਰੋਗਾਂ ਵਿੱਚ ਹੋ ਜਾਣੇ ਨੇ। ਤੇ ਜਦ ਸਰੀਰ ਰੋਗੀ ਹੋ ਗਿਆ, ਜਿੰਨੇ ਸੰਸਾਰ ਦੇ ਰਸ ਨੇ ਉਹ ਸਭ ਦੇ ਸਭ ਫਿੱਕੇ ਪੈ ਜਾਣੇ ਨੇ। ਦੇਖਣ ਦਾ ਰਸ ਹੈ, ਬੋਲਣ ਦਾ ਰਸ ਹੈ, ਕੁਛ ਖਾਣ ਦਾ ਰਸ ਹੈ, ਕਿੰਨੇ ਰਸ ਨੇ, ਏਤੇ ਰਸ ਸਰੀਰ ਕੇ, ਕਿੰਨੇ ਰਸ ਨੇ ਸਰੀਰ ਦੇ, ਇਹ ਸਭ ਦੇ ਸਭ ਫਿੱਕੇ ਪੈ ਜਾਣਗੇ ਜਿਹਦੇ ਸਰੀਰ ਨੂੰ ਕੋਈ ਰੋਗ ਲੱਗ ਗਿਆ। ਇਹ ਸਭ ਫਿੱਕੇ ਪੈ ਜਾਣੇ ਨੇ। ਤੇ ਇਸ ਗੱਲ ਦਾ ਤੂੰ ਖਿਆਲ ਆਪ ਰੱਖਣਾ ਹੈ ਕਿ ਤੈਨੂੰ ਜਿੰਨੇ ਸੁੱਖ ਤੇਰੀ ਝੋਲੀ ਦੇ ਵਿੱਚ ਪਾਏ ਨੇ ਰੋਗਾਂ ਦੇ ਵਿੱਚ ਨਾ ਤਬਦੀਲ ਹੋ ਜਾਣ। ਹਰ ਇੱਕ ਮਨੁੱਖ ਦੀ ਇੱਛਾ ਹੁੰਦੀ ਹੈ ਐ ਪਰਮਾਤਮਾ ਸੁੱਖ ਦੇਵੀ, ਤੇ ਪਰਮਾਤਮਾ ਤੇ ਹਰ ਇੱਕ ਦੀ ਝੋਲੀ ਦੇ ਵਿੱਚ ਉਹਦੀ ਸਮਰੱਥਾ ਦੇ ਯੋਗਤਾ ਦੇਖ ਕੇ ਉਹਦੀ ਝੋਲੀ ਦੇ ਵਿੱਚ ਸੁੱਖ ਪਾਉਂਦੇ ਨੇ। ਪਰ ਪਰਮਾਤਮਾ ਵੱਲੋਂ ਦਿੱਤੇ ਹੋਏ ਸੁੱਖ ਪਰਮਾਤਮਾ ਦੇ ਇਹ ਸ਼ੁਕਰਾਨਾ ਕਰਨਾ ਭੁੱਲ ਜਾਂਦਾ ਤੇ ਅਕਸਰ ਮਨੁੱਖ ਰੋਗਾਂ ਦੇ ਵਿੱਚ ਤਬਦੀਲ ਕਰ ਲੈਂਦਾ ਉਸ ਨੂੰ। ਮਿੱਠੇ ਨੂੰ ਅੰਗੂਰ ਨੇ, ਸੰਤਰਾ ਹੈ, ਹੋਰ ਕਿੰਨੀਆਂ ਮਿੱਠੀਆਂ ਚੀਜ਼ਾਂ ਨੇ, ਇਹਨਾਂ ਨੂੰ ਕੌੜੀਆਂ ਚੀਜ਼ਾਂ ਕਰਕੇ ਬੰਦਾ ਸ਼ਰਾਬ ਬਣਾ ਕੇ ਪੀ ਜਾਂਦਾ ਹੈ। ਮਿੱਠੀਆਂ ਚੀਜ਼ਾਂ ਨੂੰ ਕੌੜੀਆਂ ਕਰ ਲੈਂਦਾ ਹੈ। ਮਿਠਾਸ ਭਰੇ ਇਸ ਜੀਵਨ ਨੂੰ ਬੰਦਾ ਕੁੜੱਤਾਂ ਦੇ ਵਿੱਚ ਲਿਆਉਂਦਾ ਹੈ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਤੈਨੂੰ ਇੰਨੇ ਸੁੱਖ ਦਿੱਤੇ ਹਨ, ਫਿਰ ਵੀ ਮੰਗ ਰਿਹਾ, ਚਲੋ ਜੋ ਤੂੰ ਮੰਗੇਗਾ ਤੈਨੂੰ ਉਹ ਵੀ ਮਿਲ ਜਾਣਾ ਹੈ, ਪਰ ਇਸ ਗੱਲ ਦਾ ਧਿਆਨ ਰੱਖੀ ਕਿ ਇਹ ਸੁੱਖ ਰੋਗ ਦੇ ਵਿੱਚ ਨਾ ਤਬਦੀਲ ਹੋ ਜਾਏ ਕਿਤੇ। ਇਹ ਤਬਦੀਲੀ ਆਉਂਦੀ ਹੈ, ਜਿਵੇਂ ਦਿਨ ਚੜ੍ਹਿਆ ਆਪਣੇ ਆਪ ਕੁਦਰਤੀ ਨਿਯਮਾਂ ਦੇ ਵਿੱਚ ਤਬਦੀਲੀ ਵਿੱਚ ਰਾਤ ਆ ਜਾਊਗੀ। ਰਾਤ ਹੋਈ ਹੈ, ਹੌਲੀ ਹੌਲੀ ਤਬਦੀਲੀ ਦੇ ਵਿੱਚ ਦਿਨ ਫਿਰ ਆ ਜਾਵੇਗਾ। ਬਚਪਨਾ ਹੈ, ਤਬਦੀਲੀ ਆਵੇਗੀ, ਜਵਾਨੀ ਹੈ ਤੋ ਜਵਾਨੀ ਦੇ ਵਿੱਚ ਤਬਦੀਲੀ ਆਵੇਗੀ, ਬੁਢੇਪਾ ਆਵੇਗਾ। ਹਰ ਇੱਕ ਦੇ ਵਿੱਚ ਤਬਦੀਲੀ ਸਮੇਂ ਦੇ ਮੁਤਾਬਕ ਚੱਲਦੀ ਰਹਿੰਦੀ ਹੈ। ਤਬਦੀਲੀ ਹਮੇਸ਼ਾ ਚੱਲਦੀ ਹੈ, ਬਦਲਦਾ ਰਹਿੰਦਾ ਕੁਛ ਨਾ ਕੁਛ। ਫਿਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਤੂੰ ਇਸ ਗੱਲ ਦਾ ਧਿਆਨ ਰੱਖਣਾ, ਪਰਮਾਤਮਾ ਦੇ ਸ਼ੁਕਰਾਨੇ ਦੇ ਵਿੱਚ ਲੱਗਿਆ ਰਹਿ ਤੇ ਪਰਮਾਤਮਾ ਤੇਰੇ ਜਨਮਾਂ ਜਨਮਾਂਤਰਾਂ ਦੇ ਜਿਹੜੇ ਦੁੱਖ ਨੇ ਉਹਨਾਂ ਨੂੰ ਕੱਟ ਦੇਣਗੇ।
ਤੇ ਜਦ ਦੁੱਖ ਕੱਟੇਗੇ ਤੇ ਸੁੱਖ ਮਿਲ ਜਾਂਦੇ ਨੇ। ਸਿਰਮੌਰ ਮਨੁੱਖ ਨੂੰ ਪਰਮਾਤਮਾ ਨੇ ਸਮਝਾਉਣ ਦੇ ਬੜੇ ਆਸਾਨ ਢੰਗ ਤਰੀਕੇ, ਬੜੇ ਪਿਆਰੇ ਤਰੀਕੇ ਲੱਭੇ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਇਸ ਗੱਲ ਦਾ ਤੂੰ ਆਪ ਧਿਆਨ ਰੱਖਣਾ ਹੈ ਕਿ ਤੈਨੂੰ ਦਿੱਤੇ ਹੋਏ ਸੁੱਖ ਰੋਗਾਂ ਦੇ ਵਿੱਚ ਨਾ ਤਬਦੀਲ ਹੋ ਜਾਣ। ਕੋਈ ਬੰਦਾ ਪਰਮਾਤਮਾ ਨੂੰ ਉਲਾਂਭਾ ਨਹੀਂ ਦੇ ਸਕਦਾ ਕਿ ਪਰਮਾਤਮਾ ਤੂੰ ਮੈਨੂੰ ਬਚਪਨਾ ਦਾ ਦਿੱਤਾ ਸੀ ਤੇ ਜਵਾਨੀ ਨਹੀਂ ਦਿੱਤੀ। ਕੋਈ ਨਹੀਂ ਕਹਿ ਸਕਦਾ। ਕੋਈ ਨਹੀਂ ਕਹਿ ਸਕਦਾ ਕਿ ਪਰਮਾਤਮਾ ਤੂੰ ਮੈਨੂੰ ਜਵਾਨੀ ਤੇ ਦਿੱਤੀ ਸੀ ਤੇ ਬੁਢੇਪਾ ਤੇ ਤੂੰ ਮੈਨੂੰ ਦਿੱਤਾ ਹੀ ਨਹੀਂ। ਕੋਈ ਨਹੀਂ ਕਹਿ ਸਕਦਾ। ਸਮੇਂ ਸਮੇਂ ਦੇ ਨਾਲ ਸਭ ਕੁਝ ਮਨੁੱਖ ਦੀ ਝੋਲੀ ਦੇ ਵਿੱਚ ਪਿਆ ਹੈ ਤੇ ਸਮਾਂ ਸਮਾਂ ਸਮਰੱਥ ਹੈ। ਉਹ ਗੱਲ ਵੱਖਰੀ ਹੈ ਕਿ ਕੋਈ ਮਨੁੱਖ ਇਹਨਾਂ ਸੁੱਖਾਂ ਨੂੰ ਰੋਗਾਂ ਦੇ ਵਿੱਚ ਤਬਦੀਲ ਕਰ ਲੈਂਦਾ ਹੈ। ਸ਼ੁਕਰਾਨੇ ਦੇ ਜਿੱਥੇ ਗੱਲ ਸ਼ੁਕਰਾਨੇ ਦੀ ਆਉਂਦੀ ਹੈ ਉੱਥੇ ਅਕਸਰ ਇਹ ਮਨੁੱਖ ਹੈ ਜਿਹੜਾ ਉਹ ਪਰਮਾਤਮਾ ਤੋਂ ਲਾਂਭੇ ਹੋ ਜਾਂਦਾ ਹੈ, ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਦਾ। ਤੇ ਜਿਨ੍ਹਾਂ ਨੇ ਕੀਤਾ ਹੈ, ਜਿਨ੍ਹਾਂ ਨੇ ਆਪਣੇ ਗੁਰੂ ਦੀ ਗੱਲ ਨੂੰ ਮੰਨਿਆ ਹੈ, ਜਦੋਂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਬੈਠੇ ਸਰੋਵਰ ਦੀ ਖੁਦਾਈ ਕਰਵਾ ਰਹੇ ਸੀ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਖੁਦਾਈ ਕਰਦਿਆਂ ਇੱਕ ਬਹੁਤ ਵੱਡਾ ਮਟਕਾ ਨਿਕਲਿਆ ਖੁਦਾਈ ਦੇ ਵਿੱਚੋਂ, ਪੁਰਾਤਨ ਮਟਕਾ। ਉਹ ਮਟਕਾ ਜਦ ਨਿਕਲਿਆ, ਚਾਰ ਚਫੇਰੇ ਤੋਂ ਸਿੱਖਾਂ ਨੇ ਦੇਖਿਆ ਕਿ ਇਹ ਬਹੁਤ ਵੱਡਾ ਮਟਕਾ ਹੈ। ਖੁਦਾਈ ਕਰਦਿਆਂ ਭੱਜੇ ਆਏ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਕੋਲ। ਮਹਾਰਾਜ ਜੀ ਸਰੋਵਰ ਦੀ ਖੁਦਾਈ ਕਰਦੇ ਆ ਤੇ ਖੁਦਾਈ ਦੇ ਵਿੱਚੋਂ ਨਾ ਇੱਕ ਬਹੁਤ ਵੱਡਾ ਮਟਕਾ ਨਿਕਲਿਆ ਤੇ ਮਟਕੇ ਦੇ ਉੱਪਰ ਢੱਕਣ ਦਿੱਤਾ ਹੋਇਆ, ਉਹਨੂੰ ਬੰਦ ਕੀਤਾ ਤੇ ਇੰਜ ਲੱਗਦਾ ਹੈ ਦੇਖਣ ਦੇ ਵਿੱਚ ਕਿ ਉਹ ਮਟਕੇ ਨੂੰ ਕੋਈ ਥੋੜਾ ਸਮਾਂ ਨਹੀਂ ਹੋਇਆ, ਬਹੁਤ ਲੰਮਾ ਸਮਾਂ ਹੋ ਗਿਆ ਸੀ ਉਸ ਮਟਕੇ ਪਏ ਨੂੰ। ਚਾਰ ਚਫੇਰੇ ਉਹ ਮਟਕੇ ਨੂੰ ਦਰਾਰਾਂ ਆ ਚੁੱਕੀਆਂ ਨੇ, ਪੁਰਾਣਾ ਮਟਕਾ ਹੋਇਆ ਪਿਆ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਉਸ ਮਟਕੇ ਦੇ ਵਿੱਚ ਜ਼ਰੂਰ ਕੁਛ ਨਾ ਕੁਛ ਹੋਵੇਗਾ, ਤੁਸੀਂ ਕੱਢ ਕੇ ਉਹਨੂੰ ਸਾਡੇ ਕੋਲ ਲੈ ਕੇ ਆਓ, ਸਾਡੇ ਕੋਲ ਲੈ ਕੇ ਆਓ। ਜਦੋਂ ਸਿੱਖਾਂ ਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਹੁਕਮ ਨੂੰ ਮੰਨਿਆ ਤੇ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦਾ ਹੁਕਮ ਮੰਨ ਕੇ ਉਹਨਾਂ ਸਿੱਖਾਂ ਨੇ, ਸੇਵਾਦਾਰਾਂ ਨੇ ਉਸ ਮਟਕੇ ਦਾ ਢੱਕਣ ਚੁੱਕਿਆ ਤੇ ਉਹਦੇ ਵਿੱਚ ਕੌਣ ਬੈਠਾ ਹੈ? ਇੱਕ ਰਿਖੀ ਬੈਠਾ ਹੈ, ਲੰਬੀਆਂ ਲੰਬੀਆਂ ਜਟਾਵਾਂ, ਸਮਾਧੀ ਲਾਈ ਬੈਠਾ ਹੈ, ਸਮਾਧੀ ਲਾਈ। ਇਹ ਤੇ ਮਨੁੱਖਾ ਸਰੀਰ ਬੈਠਾ ਹੈ, ਇਹ ਤੇ ਕੋਈ ਰੱਬ ਦਾ ਬਹੁਤ ਵੱਡਾ ਪਿਆਰਾ ਇਸ ਮਟਕੇ ਦੇ ਵਿੱਚ ਬੈਠਾ ਹੈ। ਸਿੱਖਾਂ ਨੇ ਦੇਖ ਕੇ ਤੇ ਗੁਰੂ ਸਾਹਿਬ ਜੀ ਮਹਾਰਾਜ ਨੂੰ ਦੱਸਿਆ, ਮਹਾਰਾਜ ਉਹਦੇ ਵਿੱਚ ਤੇ ਇੱਕ ਮਨੁੱਖਾ ਸਰੀਰ ਦੇ ਰੂਪ ਦੇ ਵਿੱਚ ਕੋਈ ਰੱਬ ਦਾ ਪਿਆਰਾ ਭਗਤ ਬੈਠਾ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਸਿੱਖੋ, ਕਹਿੰਦੇ ਉਸ ਰੱਬ ਦੇ ਪਿਆਰੇ ਦੇ ਸਰੀਰ ਨੂੰ ਕੋਈ ਚੋਟ ਨਾ ਪੜਾਉਣੀ, ਤੁਸੀਂ ਮਟਕਾ ਚਾਰ ਚਫੇਰੇ ਤੋਂ ਭੰਨ ਲਓ ਤੇ ਮਟਕੇ ਦੇ ਵਿੱਚੋਂ ਉਹਨੂੰ ਚੁੱਕ ਕੇ ਸਾਡੇ ਕੋਲ ਲੈ ਕੇ ਆਓ। ਸਿੱਖ ਕਹਿਣ ਲੱਗੇ, ਮਹਾਰਾਜ ਜੋ ਆਪ ਜੀਆਂ ਦਾ ਹੁਕਮ ਹੈ, ਤੋ ਆਪ ਜੀਆਂ ਦਾ ਹੁਕਮ ਹੈ ਜਿਹੜਾ ਸੰਸਾਰ ਦੇ ਵਿੱਚ ਲਾਗੂ ਹੁੰਦਾ। ਉਹਨਾਂ ਨੇ ਉਸ ਮਟਕੇ ਨੂੰ ਭੰਨਿਆ, ਭੰਨ ਕੇ ਤੇ ਉਸ ਰਿਖੀ ਨੂੰ, ਪੈਗੰਬਰ ਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਕੋਲ ਲੈ ਗਏ ਚੁੱਕ ਕੇ, ਕਿਉਂਕਿ ਅੱਖਾਂ ਮੀਟ ਕੇ ਬਿਲਕੁਲ ਪ੍ਰਾਣਾਯਮ ਦੇ ਵਿੱਚ ਬੈਠਾ ਹੋਇਆ ਸੀ। ਪ੍ਰਾਣਾਯਮ ਕਹਿੰਦੇ ਨੇ ਪ੍ਰਾਣਾਂ ਨੂੰ ਜਮ ਕਰ ਲੈਣਾ, ਪ੍ਰਾਣਾਂ ਨੂੰ ਰੋਕ ਕੇ ਰੱਖ ਲੈਣਾ। ਇਹ ਪ੍ਰਾਣਾਂ ਨੂੰ ਕਿਉਂ ਰੋਕ ਕੇ ਬੈਠ ਗਿਆ ਸੀ? ਇਹ ਰਿਖੀ ਦੁਆਪਰ ਯੁੱਗ ਦੇ ਵਿੱਚ ਹੋਇਆ ਸੀ। ਦੁਆਪਰ ਯੁੱਗ ਦੇ ਵਿੱਚ
ਤੇ ਦੁਆਪਰ ਯੁੱਗ ਦੇ ਵਿੱਚ ਇਹਨੇ ਕੀ ਕੀਤਾ, ਆਪਣੇ ਰਿਖੀ ਤੋਂ ਜੀਤੋਂ ਮਹਾਤਮਾ ਤੋਂ ਵਿਦਿਆ ਪੜ੍ਹਦਾ ਸੀ ਨਾ, ਉਹ ਵਿਦਿਆ ਪੜ੍ਹਨ ਵਾਲੇ ਜਿਹੜੇ ਪੜ੍ਹਾਉਣ ਵਾਲੇ ਇਹਨੂੰ ਰਿਖੀ ਜੀ ਸਨ, ਉਹਨਾਂ ਦਾ ਹੁਕਮ ਮੰਨਿਆ ਤੇ ਉਹਨਾਂ ਨੇ ਬਚਨ ਕਰ ਦਿੱਤਾ। ਕਹਿਣ ਲੱਗੇ ਤੂੰ ਵਿਦਿਆ ਪੜ੍ਹਦਾ ਹੈ ਪੜ੍ਹ, ਪਰ ਇੱਕ ਗੱਲ ਧਿਆਨ ਰੱਖੀ ਕਿ ਤੇਰਾ ਇਸ ਯੁੱਗ ਦੇ ਵਿੱਚ ਭਲਾ ਨਹੀਂ ਹੋਣ ਲੱਗਿਆ, ਨਹੀਂ ਭਲਾ ਹੋਵੇਗਾ। ਹੱਥ ਜੋੜ ਕੇ ਕਹਿਣ ਲੱਗਿਆ ਮਹਾਰਾਜ ਉਹ ਕਿਹੜਾ ਯੁੱਗ ਹੈ ਜਿਹੜੇ ਯੁੱਗ ਦੇ ਵਿੱਚ ਮੇਰਾ ਭਲਾ ਹੋਊਗਾ। ਤਾਂ ਉਸ ਵਿਦਿਆ ਦਾਤੇ ਨੇ ਕਿਹਾ, ਕਹਿਣ ਲੱਗੇ ਇਸ ਯੁੱਗ ਦੇ ਵਿੱਚ ਨਹੀਂ, ਕਲਯੁੱਗ ਦੇ ਭਿਆਨਕ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਖੁਦ ਇਸ ਧਰਤੀ 'ਤੇ ਆਉਣਗੇ, ਉਹ ਤੇਰਾ ਆ ਕੇ ਭਲਾ ਕਰਨਗੇ। ਉਸ ਤੋਂ ਪਹਿਲਾਂ ਤੇਰਾ ਕੋਈ ਸਮਾਜ ਦੇ ਵਿੱਚ ਭਲਾ ਨਹੀਂ ਕਰੇਗਾ, ਉਸ ਤੋਂ ਪਹਿਲਾਂ ਤੇਰਾ ਕੋਈ ਭਲਾ ਨਹੀਂ ਹੋਵੇਗਾ। ਆਪਣੇ ਵਿਦਿਆ ਦਾਤੇ ਦੀ ਗੱਲ ਮੰਨ ਲਈ ਹੈ। ਵਿਦਿਆ ਦਾਤਾ ਜਿਹੜੇ ਵਿਦਿਆ ਦੇਣ ਵਾਲੇ ਗੁਰੂ ਨੇ, ਉਹਨਾਂ ਦੀ ਗੱਲ ਅਕਸਰ ਮੰਨੀ ਜਾਂਦੀ ਹੈ। ਗੁਰੂ ਦੀ ਗੱਲ, ਜਿਨ੍ਹਾਂ ਤੋਂ ਵਿਦਿਆ ਸਿੱਖੀ ਹੈ, ਗੁਰੂ ਨੇ, ਵੱਡੇ ਨੇ, ਉਹਨਾਂ ਦੀ ਗੱਲ ਮੰਨੀ ਜਾਂਦੀ ਹੈ। ਔਰ ਇਹ ਵਿਦਿਆ ਜਦੋਂ ਕੋਈ ਅਜੋਕੇ ਸਮੇਂ ਦਾ, ਤੇ ਹੁਣ ਸਮਾਂ ਹੀ ਬਦਲ ਗਿਆ ਬੜਾ। ਕੋਈ ਜਵਾਨਾ ਹੁੰਦਾ ਸੀ, ਜਦ ਟੀਚਰ ਇੱਕ ਥੱਪੜ ਮਾਰਦਾ ਤੇ ਬੱਚਾ ਘੱਟੋ ਘੱਟ 6 ਮਹੀਨੇ ਤੱਕ ਨਹੀਂ ਭੁੱਲਦਾ ਸੀ, 6 ਮਹੀਨੇ ਤੱਕ। ਹੁਣ ਤੇ ਸਮਾਂ ਹੀ ਹੋਰ ਹੋ ਗਿਆ। ਹੁਣ ਤੇ ਪਹਿਲੀ ਗੱਲ ਤੇ ਸਰਕਾਰ ਟੀਚਰਾਂ ਨੂੰ ਕਹਿੰਦੀ ਹੈ ਤੁਸੀਂ ਬੱਚਿਆਂ ਦੇ ਥੱਪੜ ਨਹੀਂ ਮਾਰਨੇ, ਨਹੀਂ ਮਾਰਨੇ। ਜੇ ਕੋਈ ਵਿਚਾਰਾ ਪੜ੍ਹਾਉਂਦਾ ਬੱਚਾ ਸ਼ਰਾਰਤਾਂ ਕਰੇ ਤੇ ਟੀਚਰ ਕੋਈ ਥੱਪੜ ਮਾਰ ਵੀ ਦੇਵੇ, ਫਿਰ ਮਾਂ ਬਾਪ ਜਾਂਦੇ ਨੇ ਨਾਲ 10-15 ਨੂੰ ਹੋਰ ਨੂੰ ਲੈ ਦਿੰਦੇ ਨੇ, ਫਿਰ ਸਾਰੇ ਸਕੂਲ ਦੇ ਵਿੱਚ ਟੀਚਰ ਦੇ ਮਗਰ ਪੈ ਜਾਂਦੇ ਨੇ। ਮਾਂ ਬਾਪ ਸਾਡੇ ਬੱਚੇ ਦੇ ਥੱਪੜ ਕਿਉਂ ਮਾਰੇ ਆ? ਜਰਾ ਪੁਰਾਤਨ ਜ਼ਮਾਨੇ ਦੇ ਵਿੱਚ ਦੇਖ ਲਿਆ ਕਰੋ ਕਿ ਜਿਹੜੇ ਬਜ਼ੁਰਗ ਹੁੰਦੇ ਸੀ, ਚਾਚੇ ਤਾਏ ਹੁੰਦੇ ਸੀ, ਉਹ ਵੀ ਬੱਚਿਆਂ ਨੂੰ ਕੁੱਟ ਸਿੱਟਦੇ ਸੀ, ਬੱਚਿਆਂ ਦਾ ਕੁਝ ਵੀ ਨਹੀਂ ਘਟਦਾ ਸੀ, ਤੇ ਬੱਚੇ ਕਿੰਨੇ ਸੂਝਵਾਨ ਹੁੰਦੇ ਸੀ। ਤੇ ਜੇ ਅਸੀਂ ਇਹੋ ਜਿਹੇ ਹੋ ਗਏ ਨਾ ਕਿ ਸਾਡਾ ਟੀਚਰ ਪੜ੍ਹਾਉਣ ਵਾਲਾ ਸਿਰਫ ਪੜ੍ਹਾਵੇ, ਮਾਰੇ ਨਾ ਬੱਚੇ ਦੇ, ਤਾਂ ਮਾਫ਼ ਕਰਨਾ ਅੱਜ ਬੱਚੇ ਬਣ ਵੀ ਕੁਛ ਨਹੀਂ ਰਹੇ। ਉਹ ਹਾਲਾਤ ਸਾਡੇ ਅੱਖੀਆਂ ਦੇ ਸਾਹਮਣੇ ਨੇ, ਅੱਖੀਆਂ ਦੇ ਸਾਹਮਣੇ ਨੇ। ਜਿਸ ਨੇ ਆਪਣੇ ਵਿਦਿਆ ਗੁਰੂ ਦੀ ਗੱਲ ਨਾ ਮੰਨੀ, ਉਹ ਸਮਾਜ ਦੇ ਵਿੱਚ ਕਿਸੇ ਦੀ ਗੱਲ ਨਹੀਂ ਮੰਨੇਗਾ, ਨਹੀਂ ਮੰਨੇਗਾ। ਅਜੋਕੇ ਸਮੇਂ ਦਾ ਇਹ ਹਾਲਾਤ ਹੈ। ਜਿਹੜੇ ਕੋਈ ਛੋਟੀਆਂ ਕਲਾਸਾਂ ਦੇ ਵਿੱਚ ਬੱਚੇ ਨੇ, ਸ਼ਾਇਦ ਉਹ ਘਰ ਆ ਕੇ ਦੱਸ ਦਿੰਦੇ ਨੇ, ਉਹਨਾਂ ਦੇ ਮਾਂ-ਬਾਪ ਜਾਂਦੇ ਨੇ। ਇਹ ਜਿਹੜੀਆਂ ਵੱਡੀਆਂ ਕਲਾਸਾਂ ਦੇ ਬੱਚੇ ਨੇ, ਉਹਨਾਂ ਦੇ ਤੇ ਮਾਂ-ਬਾਪ ਨੂੰ ਜਾਣ ਦੀ ਲੋੜ ਹੀ ਨਹੀਂ ਪੈਂਦੀ। ਉਹ ਤੇ ਖੁਦ ਹੀ ਕਹਿ ਦਿੰਦੇ ਨੇ ਕੋਈ ਗੱਲ ਨਹੀਂ, ਇੱਥੇ ਸਕੂਲ ਦੇ ਵਿੱਚ ਤੁਸੀਂ ਟੀਚਰ ਹੋ, ਇੱਥੇ ਤੁਸੀਂ 4.5 ਥੱਪੜ ਮਾਰ ਲਓ, ਬਾਹਰ ਸੂਏ 'ਤੇ ਜਾਂਦੇ ਨੂੰ ਅਸੀਂ ਤੁਹਾਨੂੰ ਰੋਕ ਲਵਾਂਗੇ। ਆਹ ਤੇ ਹਾਲਾਤ ਹੋਏ ਪਏ ਨੇ। ਪੜ੍ਹਾਉਣ ਵਾਲੇ ਵੀ ਕੀ ਕਰਨ? ਅਕਸਰ ਜਦੋਂ ਬੱਚਾ ਫੇਲ ਹੋ ਜਾਂਦਾ ਹੈ ਤੇ ਟੀਚਰਾਂ ਨੂੰ ਦੁਨੀਆ ਉਲਾਂਭੇ ਦਿੰਦੀ ਹੈ ਕਿ ਤੁਸੀਂ ਨਹੀਂ ਪੜ੍ਹਾਇਆ, ਪੜ੍ਹਾਉਣ ਵਾਲੇ ਕਰਨ ਕੀ? ਸਾਡੇ ਆਪਣੇ ਜਿਹੜਾ ਸੀ, ਸਾਡਾ ਆਪਣਾ ਕਰਮ ਨਹੀਂ ਹੈ ਬੱਚਿਆਂ ਨੂੰ ਪੜ੍ਹਾਉਣ ਦਾ। ਖੈਰ, ਇਹ ਤੇ ਐਵੇਂ ਵਿਚਕਾਰ ਗੱਲ ਆ ਗਈ। ਗੁਰੂ ਸਾਹਿਬ ਜੀ ਕਿਰਪਾ ਕਰਨ। ਵਿਦਿਆ ਦਾਤੇ ਨੇ ਕਹਿ ਦਿੱਤਾ ਤੇਰਾ ਇਸ ਯੁੱਗ 'ਚ ਭਲਾ ਨਹੀਂ ਹੋਊਗਾ, ਉੱਥੇ ਮੰਨ ਲਿਆ। ਕਹਿੰਦੇ ਕਲਯੁੱਗ ਦੇ ਵਿੱਚ ਹੋਵੇਗਾ। ਹਾਂ, ਫਿਰ ਕਹਿੰਦੇ ਜਦੋਂ ਮੈਂ ਦੁਆਪਰ ਯੁੱਗ ਤੋਂ ਵਿਚਕਾਰ ਦਾ ਇੱਕ ਯੁੱਗ ਹੋਰ ਪਿਆ, ਤੀਜਾ ਯੁੱਗ ਕਲਯੁੱਗ ਆਵੇਗਾ, ਤੇ ਇੰਨਾ ਸਮਾਂ ਮੈਂ ਅੱਖੀਆਂ ਖੋਲ ਕੇ ਸੰਸਾਰ ਨੂੰ ਦੇਖਦਾ ਰਹੂੰਗਾ ਤੇ ਮੈਥੋਂ ਉਸ ਸਮੇਂ ਤੱਕ ਪਹੁੰਚਿਆ ਨਹੀਂ ਜਾਣਾ। ਪਤਾ ਨਹੀਂ ਕਿੰਨੀਆਂ ਕੁ ਮੈਂ ਗਲਤੀਆਂ ਕਰ ਲਵਾਂਗਾ, ਪਤਾ ਨਹੀਂ ਕਿੰਨੀਆਂ ਕੁ ਅਵੱਗਿਆ ਕਰ ਲਵਾਂਗਾ। ਇਹ ਤੇ ਮੇਰੇ ਸਿਰ ਤੇ ਬਹੁਤ ਵੱਡੀ ਸਿਰ ਤੇ ਪਾਪਾਂ ਦੀ ਪੰਡ ਟਿਕ ਜਾਣੀ ਹੈ।
मैनू संसार दे विच विचरना पऊगा। ते इन्ना टाइम जे संसार दे विच मैं विचरदा रहा तो मेरे तो गलतियां बड़ियां हो जानियां ने उदे नूं, जिद्दे नूं गुरु नानक देव साहब महाराज ने मैनू तारना। फिर वो विद्या दाते कहन लगे फिर तो करना की चाहुंदा है, की करना चाहुंदा है? कहन लग्या जी जेड़ा मैं ये युग है तो आने वाला युग है, ऐ मैं दोने युग देखने ही नहीं चाहता। गल ही खत्म। जंगल दे विच गए, मटका तैयार किया, मटके दे विच आप बैठ के कहंदे मटके दा ढक्कन ला दिओ, हुण मैं जदों कलयुग दा टाइम बाबे नानक दा टाइम आया मैं उदों ही इस संसार दे विच अखियां खोलूंगा अपनी, उस तो पहला नहीं खोलांगा। रिखी मुनि डरदे सन इन्हां गल्लां तो कि जे उम्र वड्डी होई अवग्या होर करांगे, अवग्या होर करांगे, बेहतर यही है अखां मीट लो, प्राणायाम दे विच जाके प्राणां नूं रोक लो ते गल खत्म। मैं कहंदे संसार नहीं देखना चाहुंदा। द्वापर युग दे विच जंगल दे विच मटके की जगह बना के उहदे विच मटका रख के ये रिखी बह गया, कहंदे उत्तों मटका बंद कर दो, कलयुग के समय दे विच जेड़े अकाल पुरख महाराज होणगे वो मैनू खुद आप आके इस मटके दे विचों लभ लैणगे, जिन्हां ने मेरा भला करना होया, जिन्हां ने मेरा भला करना होया। ते कलयुग का समा आ गया, बैठे रहे द्वापर युग दे विच बैठा सी, बैठे रहे गुरु अर्जन देव साहब जी महाराज जियां दे कोल, इन्हां नूं रिखी नूं बड़े प्यार सत्कार दे नाल चुक के लेके आंदा, चुक के लेके आंदा ते प्राणायाम हजे तक भी चल रहा है, नहीं अखियां खोलियां, क्योंकि बचन कीता सी मेरे विद्या गुरु मैं उसे दिन ही अखियां खोलांगा, ते जिस दिन मैं अखियां खोलांगा सामने मेरे गुरु नानक देव साहब जी महाराज बैठे होणगे, वो मेरियां खुद अखियां खुला लैणगे, उन्हां तो बिना मेरियां कोई अखियां ही नहीं खुला सकदा। बैठे जद गुरु अर्जन देव साहब जी महाराज जी ने शब्द बोले, कुछ बचन विलास बोले, ते इस रिखी दियां अखियां खुल गईयां, अखियां खुल गईयां। जद अखियां खोलियां सामने गुरु अर्जन देव साहब जी महाराज बैठे, देखिया कह लगे ये गुरु नानक देव साहब जी महाराज ने, अचंभे दे विच फिर अपने ही मन विच समझा लिया, ऐ मना तू द्वापर युग दे विच जिस दिन बैठा सी उहदे वचन कीता सी कि जेड़े गुरु नानक देव साहब महाराज होए तेरियां अखियां आपे खुला लैणगे। अज यही गुरु नानक दी गद्दी दे वारस ने जिन्हां ने मेरियां अखियां खुला रहीआं, होर किसी दे विच पावर नहीं सी इन्नी, होर किसी दे विच इन्नी पावर नहीं सी। ते गुरु नानक देव साहब जी महाराज जियां दे गुरु अर्जन देव साहब जी महाराज जियां दे चरनां ते नमस्कार कीती। इस रिखी ने प्राण हौली हौली चलते चलते प्राण चल पे ने, प्राणायाम उसनूं कहंदे ने कि जिन्ने देही दे विच गिनती दे प्राण पाए ने वो सारे प्राणां नूं रिखी शब्द अभ्यास दे नाल रोक के रख लेंदे ने, ते वो जिहड़े प्राण ने फिर अंदर देही दे विच जमा पए रहिंदे ने, उन्हां दीयां फिर वड्डियां वड्डियां उमरां हो जांदियां ने, वड्डियां वड्डियां उन्हां दीयां उमरां हो जांदियां ने। जद गुरु अर्जन देव साहब जी महाराज दे नाल बचन विलास कीते, प्राण हौली हौली चले, रिखी दियां अखां खुलियां ते गुरु अर्जन देव साहब जी महाराज कहन लगे, रिखी जी हुण कहंदे तुहानूं बहुत लम्मा समा हो गया सी इस मटके दे विच बैठियां नूं, इत्थे सरोवर दे खुदाई असीं कर रहे से, सिख संगतां कर रहीआं सन, उस मटके दे विचों तुहानूं कढिया गया है, द्वापर युग दे विच तुसीं बैठे सी, अज तुहाडी जिंदगी दा पार उतारा होण वाला दिन आ गया है। बोलो सतनाम। जदों सामने गुरु अर्जन देव साहब महाराज ने गल कही ते इस रिखी ने गुरु अर्जन देव साहब महाराज के चरनां ते अपना सीस रखिया ते प्राण त्याग दिते ने, प्राण त्याग दिते। इस पैगंबर दा इस ऋषि का नाम सी संतोख दास। आप जी हरमंदर साहब जाने हो,
ਸਰੋਵਰ ਦਾ ਨਾਮ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਸੰਤੋਖ ਸਰ ਰੱਖਿਆ ਹੋਇਆ ਹੈ। ਸੰਤੋਖ ਸਰ, ਇਹ ਸੰਤੋਖ ਦਾਸ ਦੇ ਨਾਮ ਤੇ ਸਰੋਵਰ ਦਾ, ਜਿੱਥੋਂ ਨਿਕਲਿਆ ਸੀ ਉਸੇ ਸਰੋਵਰ ਦਾ ਨਾਮ ਸੰਤੋਖ ਦਾਸ, ਸੰਤੋਖ ਸਰੋਵਰ ਰੱਖਿਆ ਗੁਰੂ ਸਾਹਿਬ ਜੀ ਮਹਾਰਾਜ ਨੇ। ਸੰਤੋਖ ਸਰ ਜਿਹੜੇ ਸਰੋਵਰ ਦੇ ਵਿੱਚੋਂ ਨਿਕਲਿਆ ਸੀ। ਸੰਤੋਖ ਦਾਸ, ਦਾਸ ਸੀ ਇਹ ਦੁਆਪਰ ਯੁੱਗ ਦਾ ਬੈਠਾ ਸੀ ਮਟਕੇ ਵਿੱਚ। ਦਾਸ ਨਾਮ ਤੇ ਇੱਥੇ ਬਹੁਤ ਵਾਰੀ ਜਿਹੜੀ ਹੈ ਮਨੁੱਖ ਚੱਕਰਾਂ ਦੇ ਵਿੱਚ ਪੈ ਜਾਂਦਾ ਹੈ। ਰਿਖੀ ਨੇ, ਮੁਨੀ ਨੇ, ਫਕੀਰ ਨੇ, ਦਾਸ ਨੇ, ਨਾਥ ਨੇ, ਜੋਗੀ ਨੇ, ਬੜੇ ਚੱਕਰਾਂ ਦੇ ਵਿੱਚ ਮਨੁੱਖ ਪੈ ਜਾਂਦਾ। ਅਕਸਰ ਇਹ ਜਿਹੜਾ ਹੈ ਮਨੁੱਖ ਚੱਕਰਾਂ ਦੇ ਵਿੱਚ ਪਿਆ ਹੋਇਆ, ਕਈ ਵਾਰੀ ਇਹਨਾਂ ਨੂੰ ਗਲਤ ਵੀ ਕਹਿ ਦਿੰਦਾ ਹੈ, ਫਲਾਨਾ ਦਾਸ, ਫਲਾਨਾ ਜੋਗੀ ਤੇ ਬੜੇ, ਇਹਨਾਂ ਨੇ ਤੇ ਆਪਣਾ ਚਲਾ ਰੱਖਿਆ ਸਭ ਕੁਝ। ਨਹੀਂ, ਐਸਾ ਕੋਈ ਨਹੀਂ ਹੈ। ਦੁਆਪਰ ਯੁੱਗ ਦੇ ਵਿੱਚ ਸੰਤੋਖ ਦਾਸ ਬੈਠਾ ਸੀ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ ਕਲਯੁੱਗ ਦੇ ਸਮੇਂ ਦੇ ਵਿੱਚ ਕੱਢਿਆ ਤੇ ਸੰਤੋਖ ਦਾਸ ਦੇ ਨਾਮ ਤੇ ਸੰਤੋਖ ਸਰ ਸਰੋਵਰ ਦਾ ਨਾਮ ਰੱਖਿਆ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਨੇ। ਤੋ ਅਸੀਂ ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਨਾਮ ਨੂੰ, ਕਿਸੇ ਪੈਗੰਬਰ ਨੂੰ, ਕਿਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਗਲਤ ਨਹੀਂ ਕਹਿ ਸਕਦੇ। ਅਗਰ ਬਾਈ ਜੇ ਕਦੇ ਫੁਰਨਾ ਫੁਰੇ ਕਿ ਸ਼ਾਇਦ ਉਹ ਫਲਾਨਾ ਦਾਸ ਹੈ ਜਿਹੜਾ, ਜਾਂ ਫਲਾਣੇ ਜੋਗੀ ਨੇ, ਉਹ ਬੜਾ ਕੁਛ ਚੱਲ ਰਿਹਾ ਸਮਾਜ ਦੇ ਵਿੱਚ, ਜੇ ਕਦੀ ਫੁਰਨਾ ਫੁਰੇ ਵੀ ਸ਼ਾਇਦ ਗਲਤ ਨੇ, ਗੁਰੂ ਨਾਨਕ ਦਾ ਕਲਾਮ ਪੜ੍ਹ ਲਿਆ ਕਰੋ ਸੁਚੱਜੇ ਢੰਗ ਨਾਲ ਬੈਠ ਕੇ। ਬਾਬਾ ਨਾਨਕ ਦੱਸ ਦੂਗਾ ਕਿ ਮੱਧ ਚੱਕਰ ਦੇ ਵਿੱਚ ਰਹਿਣਾ, ਤੂੰ ਮੱਧ ਚੱਕਰ ਦੇ ਵਿੱਚ ਰਹਿਣਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਕਿ ਉਸ ਸਰੋਵਰ ਦਾ ਨਾਮ ਸੰਤੋਖ ਸਰ ਸਰੋਵਰ ਰੱਖਿਆ, ਜੋ ਹਰਿਮੰਦਰ ਸਾਹਿਬ ਅੱਜ ਵੀ ਮੌਜੂਦ ਹੈ। ਸੰਗਤਾਂ ਦਰਸ਼ਨ ਦੀਦਾਰੇ ਕਰਦੀਆਂ ਨੇ। ਦੁਆਪਰ ਯੁੱਗ ਦੇ ਵਿੱਚ ਬੈਠੇ ਹੋਏ ਸੰਤੋਖ ਦਾਸ ਨੂੰ ਮੁਕਤੀ ਦਿੱਤੀ ਕਲਯੁੱਗ ਦੇ ਵਿੱਚ। ਅਸੀਂ ਕਲਯੁੱਗ ਦੇ ਵਿੱਚ ਜਨਮੇ ਹਾਂ, ਕਲਯੁੱਗ ਦੇ ਵਿੱਚ ਰਹਿ ਰਹੇ ਹਾਂ, ਕਲਯੁੱਗ ਦੇ ਸਮੇਂ ਦੇ ਵਿੱਚ ਮਰਨਾ, ਤੇ ਸਾਡੀ ਤੇ ਮੁਕਤੀ ਬੜੀ ਆਸਾਨ ਤਰੀਕੇ ਦੇ ਨਾਲ ਹੋ ਸਕਦੀ ਹੈ। ਬੇਨੀ ਕਹਿ ਸੁਣੋ ਰੇ ਭਗਤੋ, ਮਰਨ ਮੁਕਤ ਕਿਨ ਪਾਈ। ਮਰ ਕੇ ਕਦੇ ਨੂੰ ਕਿਸੇ ਨੂੰ ਮੁਕਤੀ ਨਹੀਂ ਮਿਲਦੀ। ਜਦ ਵੀ ਮੁਕਤੀ ਮਿਲਦੀ ਹੈ ਜਿਉਂਦੇ ਜੀ ਮਿਲਦੀ ਹੈ। ਜਿਉਂਦੇ ਜੀ ਮਨੁੱਖ ਮੁਕਤ ਹੁੰਦਾ ਹੈ। ਜਿਹੜਾ ਜਿਉਂਦੇ ਜੀ ਮੁਕਤ ਹੋ ਗਿਆ, ਸੱਚ ਜਾਣਿਓ ਕੱਲੇ ਮਨੁੱਖ ਦੇ ਵਿੱਚੋਂ ਨਹੀਂ, ਇਸ ਸ੍ਰਿਸ਼ਟੀ ਦੇ ਕਣ ਕਣ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਪ ਨਜ਼ਰ ਆਊਗਾ, ਕਣ ਕਣ ਦੇ ਵਿੱਚੋਂ। ਪਰ ਇਹ ਅਵਸਥਾ ਉਸੇ ਦਿਨ ਹੀ ਬਣਦੀ ਹੈ ਜਦੋਂ ਕੋਈ ਮਨੁੱਖ ਸਿਮਰਨ ਬੰਦਗੀ ਕਰਕੇ ਉਸ ਉੱਚੀ ਜਗ੍ਹਾ ਤੇ ਪਹੁੰਚਦਾ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਆਪਣਾ ਸਮਾਂ ਹੋ ਗਿਆ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਈਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।